पार्टनरशिप अकाउंट। पहला की है पार्टनर्स कैपिटल अकाउंट, दूसरी रेम्यूनरेशन या सैलरी कमीशन से पार्टनर, तीसरा इंटरस्ट ऑन पार्टनर्स कैपिटल, चौथा इंटरस्ट ऑन पार्टनर्स ड्राइंग, एडजस्टमेंट जी इनकरैक्ट एप्रोशिएशन है, गारंटी ऑफ प्रॉफिट। हम पार्टनर्स कैपिटल अकाउंट पार्टनरशिप की है एक ਜਾਂ ਇੱਕ ਤੋਂ ਦੋ ਵਿਅਕਤੀ ਹੋ ਸਕਦੇ ਆ, ਤੇ ਕੈਪੀਟਲ ਅਕਾਊਂਟ ਹਰ ਇੱਕ ਦੀ ਆਪਾਂ ਨੂੰ ਅਲੱਗ-ਅਲੱਗ ਮੇਨਟੇਨ ਕਰਨੀ ਪੈਂਦੀ ਹੈ। ਇਸ ਕਰਕੇ ਹਰ ਇੱਕ ਪਾਰਟਨਰ ਨੂੰ ਆਪਾਂ ਨੂੰ ਸੈਪਰੇਟ ਟ੍ਰਾਂਜੈਕਸ਼ਨ ਉਹਦੇ ਅਕਾਊਂਟ ਦੇ ਵਿੱਚ ਆਪਾਂ ਨੂੰ ਲਾਉਣੀਆਂ ਪੈਂਦੀਆਂ। ਪਰ ਜੇ ਅਤੁਲ, ਅਮਿਤ ਤੇ ਅਭੈ ਤਿੰਨ ਪਾਰਟਨਰ ਨੇ ਤਾਂ ਤਿੰਨਾਂ ਨੂੰ ਆਪਾਂ ਨੂੰ ਉਹਨਾਂ ਦੇ ਅਲੱਗ-ਅਲੱਗ ਤਿੰਨਾਂ ਦੇ ਅਲੱਗ-ਅਲੱਗ ਕੈਪੀਟਲ ਅਕਾਊਂਟ ਬਣਾਉਣੇ ਪੈਣਗੇ। ਪਾਰਟਨਰਸ ਕੀ ਹੈ ਕੈਪੀਟਲ ਅਕਾਊਂਟ ਦੋ ਤਰ੍ਹਾਂ ਨਾਲ ਮੇਨਟੇਨ ਕੀਤੀ ਜਾਂਦੀ ਹੈ, ਫਿਕਸਡ ਕੈਪੀਟਲ ਅਕਾਊਂਟ ਮੈਥਡ ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ। ਜਦੋਂ ਫਿਕਸਡ ਕੈਪੀਟਲ ਅਕਾਊਂਟ ਕੀ ਕਰਦੇ ਆ, ਈਚ ਪਾਰਟਨਰ ਦੀ ਜਿਹੜੀ ਕੈਪੀਟਲ ਹੈ ਉਹ ਕੀ ਰਹਿੰਦੀ ਹੈ, ਫਿਕਸਡ ਰਹਿੰਦੀ ਹੈ, ਅਨਲੈਸ ਇਹ ਪਾਰਟਨਰ ਜਿੰਨੇ ਦੇਰ ਤੋਂ ਪਾਰਟਨਰ ਕੀ ਹੈ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਨਹੀਂ ਕਰਦਾ ਜਾਂ ਉਹਦੇ ਵਿੱਚੋਂ ਵਿਦਡਰਾ ਨਹੀਂ ਕਰਦਾ। ਫਿਕਸਡ ਕੈਪੀਟਲ ਅਕਾਊਂਟ ਮੈਥਡ ਕੀ ਹੈ, ਜਦੋਂ ਫੋਲੋ ਕੀਤਾ ਜਾਂਦਾ ਤਾਂ ਦੋ ਅਕਾਊਂਟ ਬਣਦੇ, ਇੱਕ ਕੈਪੀਟਲ ਅਕਾਊਂਟ ਤੇ ਇੱਕ ਕਰੰਟ ਅਕਾਊਂਟ। ਕੈਪੀਟਲ ਅਕਾਊਂਟ ਦੇ ਵਿੱਚ ਕੀ ਹੈ, ਹਰ ਇੱਕ ਪਾਰਟਨਰ ਨੂੰ ਕੰਟਰੀਬਿਊਟ ਕਰਦਾ ਹੈ ਸੇਮ ਬੈਲੈਂਸ, ਹਰ ਇੱਕ ਸਾਲ ਉਹਦਾ ਸੇਮ ਬੈਲੈਂਸ ਹੁੰਦਾ ਹੈ। ਜੇ ਉਹਨੇ ਕੀ ਹੈ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਨਹੀਂ ਕੀਤੀ ਜਾਂ ਕੀ ਹੈ ਤਾਂ ਕਿ ਜੇ ਉਹਨੇ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਤਾਂ ਉਹਦੇ ਕੈਪੀਟਲ ਅਕਾਊਂਟ ਦੇ ਵਿੱਚ ਕ੍ਰੈਡਿਟ ਹੁੰਦੇ, ਜੇ ਵਿਦਡਰਾ ਕਰਦਾ ਕੈਪੀਟਲ ਦੇ ਵਿੱਚੋਂ ਤਾਂ ਉਹਦੀ ਕੀ ਹੈ ਕੈਪੀਟਲ ਅਕਾਊਂਟ ਨੂੰ ਡੈਬਿਟ ਕੀਤਾ ਜਾਂਦਾ। ਕਰੰਟ ਅਕਾਊਂਟ ਕਹਿੰਦੇ ਮੇਨਟੇਨ ਕੀਤਾ ਜਾਂਦਾ ਬਾਕੀ ਟ੍ਰਾਂਜੈਕਸ਼ਨ ਲਈ, ਜਿਸ ਤਰ੍ਹਾਂ ਸੈਲਰੀ ਹੋ ਗਈ, ਠੀਕ ਹੈ, ਜਾਂ ਡਰਾਇੰਗ ਅਗੇਂਸਟ ਪ੍ਰੋਫਿਟ ਹੈ। ਜੇ ਡਰਾਇੰਗ ਅਗੇਂਸਟ ਕੈਪੀਟਲ ਹੋਣਗੀਆਂ ਤਾਂ ਤੁਹਾਡੇ ਕੈਪੀਟਲ ਅਕਾਊਂਟ 'ਚ ਜਾਣਗੇ, ਜੇ ਡਰਾਇੰਗ ਅਗੇਂਸਟ ਪ੍ਰੋਫਿਟ ਹੈ ਤਾਂ ਉਹ ਕਰੰਟ ਅਕਾਊਂਟ 'ਚ ਹੋਣਗੇ। ਇੰਟਰਸਟ ਔਨ ਕੈਪੀਟਲ, ਇੰਟਰਸਟ ਚਾਰਜ ਔਨ ਡਰਾਇੰਗ, ਸੈਲਰੀ, ਕਮਿਸ਼ਨ, ਠੀਕ ਹੈ, ਸ਼ੇਅਰ ਆਫ ਪ੍ਰੋਫਿਟ, ਇਹ ਸਾਰੇ ਤੁਹਾਡੇ ਕਿੱਥੇ ਜਾਣਗੇ ਕਰੰਟ ਅਕਾਊਂਟ ਦੇ। ਕਰੰਟ ਅਕਾਊਂਟ ਆਫ ਈਚ ਪਾਰਟਨਰ ਡੈਬਿਟਡ ਬਾਈ ਦੀ ਅਮਾਊਂਟ, ਜੇ ਉਹ ਕੀ ਕਰਦਾ ਡਰਾਇੰਗ ਹੁੰਦੀਆਂ ਨੇ, ਇੰਟਰਸਟ ਔਨ ਡਰਾਇੰਗ ਹੁੰਦਾ, ਸ਼ੇਅਰ ਆਫ ਲਾਸ ਹੈ, ਟ੍ਰਾਂਸਫਰ ਆਫ ਅਮਾਊਂਟ ਟੂ ਕੈਪੀਟਲ ਅਕਾਊਂਟ। ਇਸ ਤਰ੍ਹਾਂ ਕੀ ਹੈ ਕਰੰਟ ਅਕਾਊਂਟ ਦੇ ਕੀ ਕਹਿੰਦੇ ਕੀ ਹੈ ਕ੍ਰੈਡਿਟ ਕਿਹੜੀ ਨਾਲ ਹੁੰਦਾ, ਇੰਟਰਸਟ ਔਨ ਕੈਪੀਟਲ, ਰੈਮੂਨਰੇਸ਼ਨ ਜਾਂ ਸੈਲਰੀ ਕਿਸੇ ਜਾਂ ਕਮਿਸ਼ਨ ਦਿੱਤਾ ਜਾਂਦਾ ਹੈ, ਸ਼ੇਅਰ ਆਫ ਪ੍ਰੋਫਿਟ ਹੁੰਦਾ, ਟ੍ਰਾਂਸਫਰ ਜਿਹੜਾ ਅਮਾਊਂਟ ਹੈ ਕੈਪੀਟਲ ਅਕਾਊਂਟ ਵਿੱਚ ਕੀਤਾ ਜਾਂਦਾ। ਕਹਿੰਦੇ ਇਹ ਆਪਾਂ ਨੂੰ ਧਿਆਨ ਰੱਖਣਾ ਪਊਗਾ ਜਦੋਂ ਪਾਰਟਨਰ ਦੀ ਕੀ ਹੈ ਫਿਕਸਡ ਕੈਪੀਟਲ ਅਕਾਊਂਟ ਹੁੰਦਾ ਹੈ ਤਾਂ ਆਪਾਂ ਨੂੰ ਪਾਰਟਨਰ ਦਾ ਕਰੰਟ ਅਕਾਊਂਟ ਕੀ ਕਰਨਾ ਪੈਂਦਾ ਡੈਬਿਟ ਜਾਂ ਕ੍ਰੈਡਿਟ। ਜਦੋਂ ਫਿਕਸਡ ਅਕਾਊਂਟ ਹੁੰਦਾ ਜੇ ਤੁਸੀਂ ਸੈਲਰੀ, ਰੈਮੂਨਰੇਸ਼ਨ ਜਾਂ ਸ਼ੇਅਰ ਆਫ ਪ੍ਰੋਫਿਟ ਜਾਂ ਇੰਟਰਸਟ ਔਨ ਡਰਾਇੰਗ ਪਾਉਣੀ ਆ ਤਾਂ ਪਾਰਟਨਰਸ ਦੇ ਕਰੰਟ ਅਕਾਊਂਟ ਨੂੰ ਕਰਨਾ ਹੈ, ਠੀਕ ਹੈ, ਕੈਪੀਟਲ ਅਕਾਊਂਟ ਨੂੰ ਨਹੀਂ ਕਰਨਾ, ਕਿਉਂਕਿ ਇਹਦੇ ਵਿੱਚ ਵੀ ਤੁਹਾਡਾ ਹਾਫ ਮਾਰਕਸ ਕੀ ਹੈ, ਜੇ ਤੁਸੀਂ ਕੈਪੀਟਲ ਅਕਾਊਂਟ ਕਰੀ ਜਾਓਗੇ ਕਰੰਟ ਅਕਾਊਂਟ ਨਹੀਂ ਕਰੋਗੇ ਤਾਂ ਤੁਹਾਡਾ ਉੱਥੇ ਹਾਫ ਮਾਰਕਸ ਡਿਡਕਟ ਕੀਤਾ ਹੁੰਦਾ। बैलेंस ऑफ पार्टनर्स कैपिटल अकाउंट शोन लायबिलिटी साइड ऑफ द बैलेंस शीट, तो जोड़ा अमाउंट है कि जे जब क्रेडिट बैलेंस होएगा करंट अकाउंट लायबिलिटी साइड। हम देखो पार्टनर्स कैपिटल अकाउंट की होंगे बैलेंस ब्रेकडाउन, जे उन्हें की है जे कैश कढ़ाया तो वो डेबिट साइड जाएगा, जो एडिशनल कैपिटल इंट्रोड्यूस की है तो क्रेडिट साइड अपने को आ जाऊगा बैलेंस कैरी डाउन। इस तरह ही पार्टनर्स का करंट अकाउंट, ठीक है, पार्टनर्स करंट अकाउंट बैलेंस की है ओपनिंग बैलेंस डेबिट है या क्रेडिट है, जे डेबिट है तो डेबिट साइड पर, जे क्रेडिट है क्रेडिट साइड पर। की हो जाएगा बाय इंटरस्ट ऑन कैपिटल, कमीशनस, पार्टनर सैलरी, प्रॉफिट एंड लॉस का जोड़ा प्रॉफिट होया। इधर क्यों जो आप प्रॉफिट एंड लॉस एप्रोशिएशन से डेबिट किए पार्टनर की करंट अकाउंट की होंगे वो क्रेडिट, जोड़े की है उधर क्रेडिट किए जिम्मे ड्राइंग, इंटरस्ट ऑन ड्राइंग टू प्रॉफिट एंड लॉस, ठीक है, इन्होंने की करेंगे डेबिट। जे की है जे फ्लक्चुएटिंग कैपिटल अकाउंट्स मैथड है, इस मैथड के अंदर सिर्फ की होगा एक अकाउंट ही मेनटेन किया जाएगा कैपिटल अकाउंट। ये चीज़ तुसीं ध्यान रखनी है उत्थे भी तुहानूं फिक्सड कैपिटल दस्सिया होया जां फ्लक्चुएटिंग कैपिटल दिता। ये सैलरी हो, कमीशन, इंटरस्ट ऑन कैपिटल, ड्राइंग, ठीक है, सारे आपां कित्थे करने हैं कैपिटल अकाउंट के विच ही ट्रांसफर करने हैं, दो अलग अकाउंट नहीं बनने। हुण पार्टनर्स के कैपिटल अकाउंट के विच की है बैलेंस, ओपनिंग बैलेंस जे डेबिट है तो डेबिट साइड पर, जे क्रेडिट है क्रेडिट साइड पर, जे एडिशनल कैपिटल इंट्रोड्यूस किए हैं बाय कैश या बैंक, इंटरस्ट ऑन कैपिटल, कमीशन, पार्टनर्स सैलरी, प्रॉफिट एंड लॉस जे प्रॉफिट है। जे की है कैश उन्हें ड्राइंग की अगेंस्ट कैपिटल, ड्राइंग्स जे ड्राइंग अगेंस्ट प्रॉफिट हुई ने, इंटरस्ट ऑन ड्राइंग, प्रॉफिट एंड लॉस के टू बैलेंस कैरीड ऑन जे की लॉस हो रहा है। हम इस तरह इन्होंने मैथड था उन्हें मेनटेनिंग अकाउंट दो मैथड होंगे, फिक्सड कैपिटल अकाउंट जिसे कैपिटल अकाउंट से करंट अकाउंट। फ्लक्चुएटिंग कैपिटल मैथड के सिर्फ कैपिटल अकाउंट होएगा, ये क्रेडिट की करेंगे फर्दर कैपिटल इंट्रोड्यूस, ठीक है, तो ड्राइंग ने फिर डेबिट।
ਹੋਰ ਕੀ ਹੈ ਕਰੰਟ ਅਕਾਊਂਟ ਨੂੰ ਕਾਹਦੇ ਨਾਲ ਕਰਾਂਗੇ ਡਰਾਇੰਗ ਅਗੇਂਸਟ ਪ੍ਰੋਫਿਟ ਇੰਟਰਸਟ ਔਨ ਡਰਾਇੰਗ ਜੇ ਲਾਸ ਹੋ ਰਿਹਾ। ਕ੍ਰੈਡਿਟ ਕਿਹਨਾਂ ਹੈ ਰੈਮੂਨਰੇਸ਼ਨ ਸੈਲਰੀ ਕਮਿਸ਼ਨ ਇੰਟਰਸਟ ਔਨ ਕੈਪੀਟਲ ਸ਼ੇਅਰ ਆਫ ਪ੍ਰੋਫਿਟ। ਜੇ ਸਿਰਫ ਕੈਪੀਟਲ ਅਕਾਊਂਟ ਹੈ ਅਦਰ ਕੈਪੀਟਲ ਇੰਟਰੋਡਿਊਸ ਰੈਮੂਨਰੇਸ਼ਨਸ ਕਮਿਸ਼ਨ ਇੰਟਰਸਟ ਔਨ ਕੈਪੀਟਲ ਸ਼ੇਅਰ ਆਫ ਪ੍ਰੋਫਿਟ। ਡੈਬਿਟ ਕਰਨਾ ਹੋਵੇ ਡਰਾਇੰਗ ਅਗੇਂਸਟ ਕੈਪੀਟਲ ਡਰਾਇੰਗ ਅਗੇਂਸਟ ਪ੍ਰੋਫਿਟ ਇੰਟਰਸਟ ਔਨ ਡਰਾਇੰਗ ਸ਼ੇਅਰ। ਮਤਲਬ ਜੇ ਫਿਕਸਡ ਕੈਪੀਟਲ ਹੈ ਤਾਂ ਡਰਾਇੰਗ ਇੰਟਰਸਟ ਔਨ ਡਰਾਇੰਗ ਤੇ ਸੈਲਰੀ ਕਮਿਸ਼ਨ ਤਾਂ ਉਹ ਅਲੱਗ 'ਚ ਜਾਏਗੇ ਕਰੰਟ ਅਕਾਊਂਟ 'ਚ। ਜੇ ਕੀ ਹੈ ਫਲਕਚੁਏਟਿੰਗ ਹੈ ਤਾਂ ਸਿਰਫ ਤੁਹਾਡਾ ਕੀ ਹੈ ਇੱਕ ਅਕਾਊਂਟ ਹੀ। ਅੱਜ ਆਪਾਂ ਕਰ ਰਹੇ ਹਾਂ ਡਿਫਰੈਂਸ ਬਿਟਵੀਨ ਫਿਕਸਡ ਕੈਪੀਟਲ ਐਂਡ ਫਲਕਚੁਏਟਿੰਗ ਕੈਪੀਟਲ ਅਕਾਊਂਟ। ਕੱਲ੍ਹ ਤੁਹਾਨੂੰ ਦੱਸਿਆ ਸੀ ਫਿਕਸਡ ਕੈਪੀਟਲ ਕੀ ਹੁੰਦਾ ਤੇ ਫਲਕਚੁਏਟਿੰਗ ਕੈਪੀਟਲ ਕੀ ਹੁੰਦਾ। ਹੁਣ ਇਹਦੇ ਵਿੱਚ ਨੰਬਰ ਆਫ ਅਕਾਊਂਟਸ ਮੇਨਟੇਨ। ਫਿਕਸਡ ਕੈਪੀਟਲ 'ਚ ਤੁਹਾਨੂੰ ਦੱਸਿਆ ਸੀ 2 ਅਕਾਊਂਟ ਮੇਨਟੇਨ ਹੁੰਦੇ ਆ, ਪਹਿਲਾ ਕੈਪੀਟਲ ਅਕਾਊਂਟ ਦੂਸਰਾ ਕਰੰਟ ਅਕਾਊਂਟ। ਜਿਹੜੀ ਫਲਕਚੁਏਟਿੰਗ ਕੈਪੀਟਲ ਇਹਦੇ ਵਿੱਚ ਸਿਰਫ ਕੀ ਹੈ ਇੱਕੋ ਹੀ ਅਕਾਊਂਟ ਕੀ ਕੀਤਾ ਜਾਂਦਾ ਮੇਨਟੇਨ ਕੀਤਾ ਜਾਂਦਾ। ਫ੍ਰੀਕੁਐਂਸੀ ਆਫ ਚੇਂਜ ਬੈਲੈਂਸ ਫਿਕਸਡ ਕੈਪੀਟਲ ਅਕਾਊਂਟ 'ਚ ਕੀ ਹੈ ਚੇਂਜ ਨਹੀਂ ਹੁੰਦਾ। ਜਦੋਂ ਕੀ ਹੈ ਸਿਰਫ ਉਦੋਂ ਹੀ ਹੁੰਦਾ ਜਦੋਂ ਆਪਾਂ ਕੈਪੀਟਲ ਇੰਟਰੋਡਿਊਸ ਕਰਦੇ ਹਾਂ ਤੇ ਜਾਂ ਕੀ ਹੈ ਕੈਪੀਟਲ 'ਚੋਂ ਵਿਦਡਰਾਨ ਕਰਦੇ ਹਾਂ। ਪ੍ਰੋਫਿਟ 'ਚੋਂ ਵਿਦਡਰਾਨ ਨਹੀਂ ਕੈਪੀਟਲ 'ਚੋਂ ਵਿਦਡਰਾਨ ਹੈ। ਇਹਦੇ ਵਿੱਚ ਬੈਲੈਂਸ ਹਮੇਸ਼ਾ ਕੀ ਹੈ ਚੇਂਜ ਰਹਿੰਦਾ ਕਿਉਂਕਿ ਹਰ ਇੱਕ ਜਿਹੜੀ ਟ੍ਰਾਂਜੈਕਸ਼ਨ ਆ ਇਸੇ ਅਕਾਊਂਟ ਦੇ ਵਿੱਚ ਜਾਂਦੀ ਹੈ। ਰਿਕਾਰਡਿੰਗ ਦੀ ਟ੍ਰਾਂਜੈਕਸ਼ਨ ਜਿਹੜੀਆਂ ਰਿਲੇਟਿੰਗ ਟੂ ਕੈਪੀਟਲ ਹੈ ਆ ਰਿਕਾਰਡ ਦਿੰਦੇ ਫਿਕਸਡ ਕੈਪੀਟਲ ਅਕਾਊਂਟ ਜਿਹੜੇ ਅਕਾਊਂਟਸ ਟ੍ਰਾਂਜੈਕਸ਼ਨ ਰਿਲੇਟਡ ਟੂ ਡਰਾਇੰਗ ਇੰਟਰਸਟ ਔਨ ਡਰਾਇੰਗ ਇੰਟਰਸਟ ਔਨ ਕੈਪੀਟਲ ਸੈਲਰੀ ਕਮਿਸ਼ਨ ਸ਼ੇਅਰ ਆਫ ਪ੍ਰੋਫਿਟ ਦੀ ਟ੍ਰਾਂਜੈਕਸ਼ਨ ਆਰ transactions record in current account. Part दूसरी है fluctuating capital. In this account all transaction whether to for capital drawing interest on capital salary commission are record in capital account because only one account is maintained. It always showed credit balance in capital account. कैपिटल अकाउंट से हमेशा की होएगा क्रेडिट बैलेंस होएगा। फ्लक्चुएटिंग कैपिटल कैन बी डेबिट और क्रेडिट डिपेंड्स अपॉन द सर्कमस्टांस। नाउ डिफरेंस बिटवीन कैपिटल अकाउंट एंड करंट अकाउंट। कैपिटल अकाउंट इज मेंटेन्ड इन ऑल द केसेस whether there is fixed capital account or fluctuating capital account. Current account is maintained when only fixed account is followed. Balance of account capital account will always has a credit balance when fixed method followed. In fluctuating capital account method it may be credit balance or debit balance, it depends upon the circumstance. Balance of a current account may be credit or debit balance. Next, nature. In fixed capital account balance generally remains unchanged only when capital is introduced or capital is withdrawn. Balance of current account does not change when capital account is maintained or withdrawn. Balance does not change. ठीक है। Balance of current account does not change when capital is introduced or withdrawn by partner. Next है जो capital account records the amount invested by partner in the firm. कैपिटल अकाउंट की करदा रिकॉर्ड करदा भी पार्टनर ने किहड़ी कैपिटल इन्वेस्ट कीती है। करंट अकाउंट रिकॉर्ड ट्रांजैक्शन सच एज ड्राइंग इंटरस्ट ऑन ड्राइंग कैपिटल इंटरस्ट ऑन कैपिटल सैलरी कमीशन प्रॉफिट और लॉस। नाउ टेक इलस्ट्रेशन 13. A and B are partners with capital of rupees 60,000 and 20,000 respectively on 1st April 2018. Net profit for taking into account the provisions of the deed for the years ended 31st March 2019 was 24. The partnership deed provides for the following. B is entitled to salary of rupees 6,000 per annum. Interest on capital is to be followed at the rate 6% per annum. Interest on drawing is to be charged at the rate 5% per annum. The drawing of the partner A and B were 6,000 and 4,000 respectively. Interest on drawing A being 2,000 and B. Pass the journal entries in the above and show profit will be divided between A and B and also show capital account, fixed capital and fluctuating capital. Now profit and loss appreciations. Net profit transfer to profit and
loss appreciation by profit and loss because there is a net profit 24,000, interest on rank 200 A दियां, B दियां कितने ने 100 300, interest on capital at the rate 60% 3,600, B 6% 20,000 1,200. Now total is 4,800. To B salary 6,000. Profit transferred to A and B's current account because there is a fixed capital method 6,750 and 6,750 equally amount is transferred. Now entries profit and loss appreciation, profit and loss account debit to profit and loss appreciation 24,000. Profit is transferred to profit and loss appreciation. B's salaries account debit 6,000 to B's current account. Profit and loss appreciation account debit to B's salary 6,000. Next, interest on capital to A's current account 3,600 to B's current account 1,000 1,200. Interest on capital account is the debit. Profit and loss. Now this transfer profit and loss appreciation. Profit and loss appreciation account debit 4,800 and to interest on capital 4,800. You can pass only one single entry. A and B current account debit. B's current account debit to interest on drawing 300. Now interest on drawing transfer to profit and loss appreciation, interest on drawing account debit to profit and loss. Now A's drawing and B's drawing. A's drawing is 6,000, B's drawing 4,000, total to cash or bank 10,000. Now A's current account debit 6,000, B's current account debit to A's drawing 6,000 to B. This A and B's drawing are transferred to their current account. Profit and loss. Now current accounts are transferred to profit and loss appreciation 13,500, 6,750 and 6,750. Now post them into ledger. Two balance carried on. A's capital 60,000, B's capital balance brought down 60,000 and carried on because there is no change. We follow the fixed capital method. By balance brought down, B's capital 20,000 to balance carried on 20,000. Now A's current account to A's drawing 6,000, interest on drawing 2,000, by interest on capital 3,600, profit and loss appreciation 6,700 to balance carried on 4,150. B's current account interest on capital 1,200 by B's salary 6,700, amount transferred from profit and loss appreciation 6,700 would transfer these account to their current account. Now to B's drawing 4,000, to interest on drawing 100, to balance carried on 9,850. Now A's drawing to buy A's current account 6,000 to cash or bank 6,000. ये विथड्रा किया. By B's current account 4,000 to A's cash or bank 4,000. Now fluctuating capital account, profit and loss account debit to profit and loss appreciation 24,000, B's salary 6,000 to B's capital. ਪਹਿਲਾਂ ਆਪਾਂ ਕੀ ਕੀਤਾ ਸੀ, ਬੀ ਦੇ ਕਰੰਟ ਅਕਾਊਂਟ ਨੂੰ ਟ੍ਰਾਂਸਫਰ ਕੀਤਾ ਸੀ ਜਦੋਂ ਫਿਕਸਡ ਕੈਪੀਟਲ ਮੈਥਡ ਸੀ. ਹੁਣ ਕੀ ਆ, ਫਲਕਚੁਏਟਿੰਗ ਕੈਪੀਟਲ ਆ, ਸਾਰਿਆਂ ਦਾ ਕੈਪੀਟਲ ਅਕਾਊਂਟ ਦੇ ਵਿੱਚ ਹੀ ਕੀ ਹੋਏਗਾ, ਟ੍ਰਾਂਸਫਰ ਹੋਏਗਾ. प्रॉफिट एंड लॉस एप्रिसिएशन अकाउंट है 6,000 टू बीस सैलरी 6,000. इंटरेस्ट ऑन कैपिटल 4,800 टू एस कैपिटल 3,600 टू बीस कैपिटल 1,200. 6% इंटरेस्ट ऑन कैपिटल. प्रॉफिट एंड लॉस एप्रिसिएशन टू इंटरेस्ट ऑन कैपिटल. एस कैपिटल 200, बीस कैपिटल 100 टू इंटरेस्ट ऑन ड्राइंग 300. इंटरेस्ट ऑन ड्राइंग 300 टू प्रॉफिट एंड लॉस एप्रिसिएशन 300. A's drawing 6,000, B's drawing 4,000 टू कैश ਜਾਂ ਬੈਂਕ 10,000 ਜਿਹੜਾ ਕਿ ਉਹਨਾਂ ਨੇ ਵਿਦਡਰਾ ਕੀਤਾ. ਹੁਣ ਇਹਨੂੰ ਕੀ ਕਰ ਦਾਂਗੇ, ਇਸ ਡਰਾਇੰਗ ਨੂੰ ਇਹਨਾਂ ਨੂੰ ਕੀ ਕਰ ਦਾਂਗੇ, ਇਹਨਾਂ ਦੇ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਾਂਗੇ. ਤੁਹਾਨੂੰ +1 'ਚ ਵੀ ਦੱਸਿਆ ਸੀ ਨਾ, ਮੈਂ ਜਦੋਂ ਵਿਦਡਰਾ ਕਰਦਾ ਹੈ ਕੋਈ ਪਰ ਤਾਂ ਆਪਾਂ ਕੀ ਕਰਾਂਗੇ, ਤੁਸੀਂ ਉਦੋਂ ਕਹਿੰਦੇ ਸੀ ਨਾ ਡਰਾਇੰਗ ਅਕਾਊਂਟ ਡੈਬਿਟ ਹੋਏਗਾ, ਬਟ ਕੀ ਹੈ ਇੱਥੇ ਆਪਾਂ ਨੂੰ ਕੀ ਕਰਨਾ ਪਏਗਾ,
जो पार्टनरशिप ਦੇ ਵਿੱਚ ਉਹਨਾਂ ਦੀ ਕੈਪੀਟਲ ਅਕਾਊਂਟ ਨੂੰ ਕੀ ਕਰਨਾ ਪਏਗਾ, ਡੈਬਿਟ ਕਰਨਾ ਪਏਗਾ। ਏਸ ਕੈਪੀਟਲ ਅਕਾਊਂਟ 6000, ਬੀਸ ਕੈਪੀਟਲ 4000। ਤੁਸੀਂ +1 ਪੇਪਰ 'ਚ ਕਹਿ ਰਹੇ ਸੀ ਨਾ ਮੈਨੂੰ ਵੀ ਅਸੀਂ ਡਰਾਇੰਗ ਕੀਤਾ, ਜੀ ਤੁਸੀਂ ਗਲਤ ਕਰਤਾ। ਐਕਚੁਅਲੀ ਕੀ ਉਹਨਾਂ ਦੀ ਕੈਪੀਟਲ ਅਕਾਊਂਟ ਕੀ ਹੋਏਗੀ, ਡੈਬਿਟ ਹੋਏਗੀ। ਏਸ ਡਰਾਇੰਗ 6000, ਬੀਸ ਡਰਾਇੰਗ 4000। ਪ੍ਰੋਫਿਟ ਐਂਡ ਲਾਸ ਐਪਰੋਸ਼ੀਏਸ਼ਨ 13,500 to A's capital 6,750 to B's capital 6,750। एस कैपिटल अकाउंट क्योंकि इको एक अकाउंट इन्हों का बनूगा, कैपिटल अकाउंट बनेगा, करंट अकाउंट नहीं बनेगा। बाय बैलेंस ब्रॉट डाउन 60,000, इंटरस्ट ऑन कैपिटल 3,600, प्रॉफिट एंड लॉस अकाउंट जो ट्रांसफर 6,750 टू एस ड्राइंग 6,000 टू इंटरस्ट ऑन ड्राइंग 200 जो आप कैलकुलेट किया दिता हुआ सी तुहानूं। टू बैलेंस 16,040 150। बीस कैपिटल हुण कैपिटल कितनी सी, बी दी 20,000 से, इंटरस्ट ऑन कैपिटल कितना बनया सी 6% के हिसाब नाल 1200। सैलरी कितनी बनी सी वो 6,000। प्रॉफिट एंड लॉस एप्रोशिएशन च आपां जिहड़ा बनाया सी कितना ट्रांसफर किया सी 6,750 टू बीस ड्राइंग 4,000 टू इंटरस्ट ऑन 100 टू बैलेंस कर ही रहा 29,850 जिहड़ा बैलेंस शीट च लेके जाएंगे। ਹੁਣ एस ड्राइंग ए बाय एस कैपिटल 6,000 टू कैश या बैंक 6,000। बीस ड्राइंग बाय बीस कैपिटल 4,000 टू कैश या बैंक 4,000। रेम्यूनरेशन सैलरी और कमीशन टू पार्टनर। रेम्यूनरेशन सैलरी या कमीशन जो भी पार्टनर ਨੂੰ ਦਿੱਤੇ ਨੇ ਅਲਾउड टू पार्टनर लुकिंग आफ्टर द बिजनेस ऑफ द फार्म। फार्म ਦਾ ਜਿਹੜੇ ਕੀ ਕਰਦੇ ਨੇ ਬਿਜ਼ਨਸ ਨੂੰ देखते हैं पार्टनर उन्होंने सैलरी या कमीशन दिता जाता है। सैलरी और कमीशन टू पार्टनर अलाउड ओनली जे पार्टनरशिप डीड की करूगी ये पार्टनरशिप डीड के मैंशन किया होगा भी उन्होंने सैलरी या देना। जे पार्टनरशिप डीड साइलेंट तो किसी भी पार्टनर को कोई भी सैलरी या की है कमीशन वगैरह नहीं दिता है। नेचर सैलरी या कमीशन टू पार्टनर अकाउंट की है, एप्रोशिएशन है, चार्ज नहीं है, ठीक है, नॉट ए चार्ज अगेंस्ट प्रॉफिट। इट मीनस सैलरी या कमीशन टू पार्टनर अलाउड ओनली जे पार्टनरशिप डीड की करेगी इनू ਆਪਾਂ ਨੂੰ ਇਜਾਜ਼ਤ ਦੇਗੀ ਜਾਂ ਐਗਰੀ ਹੋਏਗੀ। ਅਲਾਉਸ ਇਟ ਐਂਡ ਆਲਸੋ ਦਾ ਫਰਮ ਅਰਨਸ ਪ੍ਰੋਫਿਟ ਡੂਰਿੰਗ ਦ ਈਅਰ। ਸੈਲਰੀ ਪੇਬਲ ਟੂ ਈਚ ਪਾਰਟਨਰ ਇਜ਼ ਨਾਰਮਲੀ ਸਟੇਟਡ ਐਜ਼ ਅ ਅਮਾਊਂਟ ਬਟ ਕਮਿਸ਼ਨ ਪੇਬਲ ਟੂ ਪਾਰਟਨਰ ਇਜ਼ ਸਟੇਟਡ ਐਜ਼ परसेंटेज। ਜਿਹੜੀ ਸੈਲਰੀ ਹੈ ਉਹ ਪਾਰਟਨਰ ਨੂੰ ਅਮਾਊਂਟ ਦੱਸਿਆ ਹੋਊਗਾ ਤੁਹਾਨੂੰ ਪਰ ਮੰਥ ਉਹਦੀ ਐਨੂਅਲ ਕੱਢ ਲਓਗੇ। ਜਿਹੜੀ ਕਮਿਸ਼ਨਸ ਹੋਏਗੀ ਇਹ ਕੀ ਹੋਊ ਪਰਸੈਂਟੇਜ ਦੇ ਵਿੱਚ ਵੀ ਇੰਨੀ ਸੇਲਸ ਹੋਈ आफ्टर ਜਾਂ प्रॉफिट ਇੰਨੇ % कमीशन है ਜਾਂ बिफोर प्रॉफिट की है ਇੰਨੇ % कमीशन है। एज ए परसेंट ऑफ नैट प्रॉफिट प्रॉफिट का होगा ਜਾਂ डिस्ट्रीब्यूशन प्रॉफिट का होगा बिफोर चार्जिंग कमीशन। एज ए परसेंटेज ऑफ नैट प्रॉफिट ਜਾਂ डिस्ट्रीब्यूट प्रॉफिट आफ्टर चार्जिंग सच कमीशन। ਹੁਣ ਜੇ परसेंटेज ऑफ नैट प्रॉफिट ਜਾਂ डिस्ट्रीब्यूट प्रॉफिट बिफोर चार्जिंग कमीशन है, ठीक है, तो इतने ध्यान रखना बिफोर है ਜਾਂ आफ्टर है। जे बिफोर है नैट प्रॉफिट ਜਾਂ डिस्ट्रीब्यूट बिफोर कमीशन है तो की होगा ले लाँगे आप बिफोर कमीशन जिन्नी किन्नी है तो वह रेट ऑफ कमीशन जे रेट सपोज करो 6 है तो 6/100 हो जाएगा। इस तरह ही जे परसेंटेज ऑफ नैट प्रॉफिट आफ्टर चार्जिंग कमीशन है तो नैट प्रॉफिट बिफोर ਜਾਂ कि जो भी है इनटू रेट ऑफ कमीशन प्लस 100 प्लस आप 6 लिया सी ना सपोज करो तो रेट ऑफ कमीशन 6 है तो 100 प्लस 6 106 ਨਾਲ ਕੀ ਕਰਾਂਗੇ ਇਹਨੂੰ ਡਿਵਾਈਡ ਕਰਾਂਗੇ। ਹੁਣ ਇਹਦਾ ਟ੍ਰੀਟਮੈਂਟ ਕੀ ਹੈ ਅਕਾਊਂਟ ਰੈਮੂਨਰੇਸ਼ਨ ਜਾਂ ਸੈਲਰੀ ਪਾਰਟਨਰ ਕੀ ਹੈ ਇੱਕ ਐਪਰੀਸ਼ੀਏਸ਼ਨ ਆਫ ਪ੍ਰੋਫਿਟ ਹੈ। ਪ੍ਰੋਫਿਟ ਨੂੰ ਨਹੀਂ ਕਰਨਾ, ਇੱਥੇ ਆਪਾਂ ਕੀ ਕਰਨਾ ਐਪਰੀਸ਼ੀਏਸ਼ਨਸ ਅਕਾਊਂਟ ਨੂੰ ਕਰਨਾ। ਐਂਡ देयरफॉर इज डेबिटेड टू प्रॉफिट एंड लॉस अकाउंट। ਹੁਣ ਜਰਨਲ ਐਂਟਰੀਜ਼ ਕੀ ਨੇ फॉर अलाउइंग ਰੈਮੂਨਰੇਸ਼ਨਸ ਟੂ ਪਾਰਟਨਰਸ ਪਹਿਲਾਂ ਕੀ ਹੋਗੀ ਪਾਰਟਨਰਸ ਸੈਲਰੀ ਜਾਂ ਕਮਿਸ਼ਨਸ ਟੂ ਪਾਰਟਨਰਸ ਕੈਪੀਟਲ ਅਕਾਊਂਟ ਜਾਂ करंट अकाउंट। जे कि फिक्सड कैपिटल है तो करंट अकाउंट होएगा, दसी जा रही मैं तुम बार बार। जे कि वो फ्लक्चुएट कैपिटल होएगा तो पार्टनर्स कैपिटल अकाउंट, क्योंकि जे तुम उत्थे कैपिटल अकाउंट ही करे फिक्सड कैपिटल तुहानूं मैथड दिता होया बोर्ड च तो तुहाडे मार्क्स की हो जाएंगे डिडक्ट हो जाएंगे। क्लोजिंग ऑफ रेमूनरेशन अकाउंट तो आपां की करांगे प्रॉफिट एंड लॉस एप्रोशिएशन अकाउंट टू पार्टनर्स सैलरी। यदि आपां एक एंट्री भी पा सकते हैं भी प्रॉफिट एंड लॉस अकाउंट डेबिट टू पार्टनर्स कैपिटल अकाउंट। ਹੁਣ ਕਮਿਸ਼ਨਸ ਇਹਦੀ ਇਲਸਟ੍ਰੇਸ਼ਨ ਦੇਖੋ 14 कमीशन टू पार्टनर्स एंड डिस्ट्रीब्यूशंस ऑफ प्रॉफिट। एक्स एंड वाई की ने पार्टनर्स इन ए फर्म। एक्स गेट कमीशंस ऑफ 10% ऑफ नेट प्रॉफिट बिफोर चार्जिंग एनी कमीशन। वाई इज टू गेट कमीशन 10% ऑन नेट प्रॉफिट ऑफ चार्जिंग ऑल कमीशन। नेट प्रॉफिट फॉर द ईयर्स कितना 50,000 है। पहले दी कितनी है
55,000 ਦਾ ਸਿੱਧਾ 10/100 ਕਰ ਦਾਂਗੇ ਆਪਾਂ, ਕਿੰਨਾ ਹੋ ਗਿਆ 5500। ਦੂਜੇ ਦੀ ਕੀ ਹੈ ਆਫਟਰ ਚਾਰਜਿੰਗ ਕਮਿਸ਼ਨ। ਹੁਣ ਇਹਦੇ ਵਿੱਚੋਂ ਕੀ ਕਰਾਂਗੇ, ਪਹਿਲਾਂ 5500 ਚੋਂ 55,000 ਚੋਂ 5500 ਲੈਸ ਕਰ ਦਾਂਗੇ, ਕਿੰਨਾ ਆ ਜਾਏਗਾ 45,500। ਠੀਕ ਹੈ, ਉਹਦੇ ਵਿੱਚ ਫਿਰ ਆਪਾਂ ਕੀ ਕਰਾਂਗੇ, ਜੋ ਉਹਦਾ ਹੋਊਗਾ 10, ਕਿਉਂਕਿ ਆਫਟਰ ਹੈ 10/100 10, ਤਾਂ ਕਿੰਨਾ ਆ ਜਾਏਗਾ 4,500। ਪ੍ਰੋਫਿਟ ਕਿੰਨਾ ਸੀ ਆਪਣੇ ਕੋਲ 55,000 ਸੀ, ਉਹਦੇ ਵਿੱਚੋਂ ਟ੍ਰਾਂਸਫਰ ਕਰਤਾ ਹਾਫ ਦੋਹਾਂ ਨੂੰ ਜਾਏਗਾ, ਕਿਉਂਕਿ ਆਪਾਂ ਨੂੰ ਕੋਈ ਪ੍ਰੋਫਿਟ ਰੇਸ਼ਨ ਨਹੀਂ ਦਿੱਤੀ ਹੋਈ, ਤਾਂ ਕਿੰਨਾ ਆ ਜੂ 45,000। ਹੁਣ ਇਲਸਟ੍ਰੇਸ਼ਨ ਦੇਖੋ 15। ਠੀਕ ਹੈ, ਇਹਦੇ ਵਿੱਚ ਕੀ ਹੈ, ਪਾਰਟਨਰਸ਼ਿਪ ਡੀਡ ਦੇ ਵਿੱਚ ਕੀ ਹੈ, ਕੀ ਕਹਿੰਦੇ ਆ 7,000 ਕੀ ਕਰੇਗਾ, ਉਹ ਡਰਾ ਕਰ ਸਕਦੇ ਆ। ਠੀਕ ਹੈ, 7,000 ਤੱਕ। ਹੁਣ ਕਿ ਏ ਨੇ ਕਿੰਨਾ ਡਰਾ ਕੀਤਾ 7,000 ਕੀਤਾ, ਬੀ ਨੇ 6,000 ਤੇ ਸੀ ਨੇ 5,000। ਇੰਟਰਸਟ ਔਨ ਕੈਪੀਟਲ ਤੇ ਡਰਾਇੰਗ ਦਾ ਕਿੰਨਾ, ਕੈਪੀਟਲ ਦੇ ਕਿੰਨਾ 8% ਹੈ, ਡਰਾਇੰਗ ਤੇ 10% ਹੈ। ਹੁਣ ਇਹ ਦੇਖੋ ਇੱਥੇ 8% ਪਰ ਐਨਮ ਤੇ 10% ਪਰ ਐਨਮ ਨਹੀਂ ਦਿੱਤਾ, ਸਿੱਧਾ ਹੀ ਦਿੱਤਾ ਹੋਇਆ, ਇਸ ਕਰਕੇ ਆਪਾਂ ਮੰਥ ਨਹੀਂ ਦੇਖਾਂਗੇ। ਪ੍ਰੋਫਿਟ ਫਾਰ ਦਾ ਜਾਇਜ਼ ਕਿੰਨਾ 7,55,000, ਜਿਹਦੇ ਵਿੱਚ 2 ਲੱਖ ਕੀ ਕਰਨਾ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰਨਾ। ਬੀ ਐਂਡ ਸੀ ਕੀ ਹੈ, ਗੈਟ ਸੈਲਰੀ 30,000 ਤੇ 45,000 ਪਰ ਐਨਮ ਦਿੱਤੀ ਹੋਈ ਹੈ। ਇਹ ਦੇਖਣਾ ਪਰ ਮੰਥ ਹੈ ਜਾਂ ਪਰ ਐਨਮ ਹੈ। ਏ ਰਿਸੀਵ ਕਮਿਸ਼ਨ 10% ਡਿਸਟ੍ਰੀਬਿਊਟਡ ਪ੍ਰੋਫਿਟ ਆਫਟਰ ਚਾਰਜਿੰਗ ਸੱਚ ਕਮਿਸ਼ਨ। ਕੀ ਹੈ ਕੈਪੀਟਲ ਅਕਾਊਂਟਸ ਦੇਖੋ, ਹੁਣ ਉਹਨਾਂ ਦੇ ਕਿੰਨੇ ਆ 5 ਲੱਖ ਤੇ 4 ਲੱਖ ਤੇ 3,50,000। ਹੁਣ ਇਹਨਾਂ ਦੇ ਕੀ ਕਰਨਾ 5 ਲੱਖ ਦਾ 8/100, ਠੀਕ ਹੈ, 4 ਲੱਖ ਦਾ 8/100 ਤੇ 3,50,000 8/100। ਇਹ ਇੰਟਰਸਟ ਔਨ ਕੈਪੀਟਲ ਹੋ ਗਿਆ। 2 ਲੱਖ ਆਪਾਂ ਕੀ ਕਰਤਾ ਜਨਰਲ ਰਿਜ਼ਰਵ ਵਿੱਚ ਟ੍ਰਾਂਸਫਰ ਕਰਤਾ। ਇੰਟਰਸਟ ਔਨ ਡਰਾਇੰਗ ਹੁਣ 84,000 ਦਾ 10/100, 72,000 ਦਾ 10/100, 60,000 ਦਾ 10/100, ਕਿਉਂਕਿ ਇੱਥੇ ਪਰ ਐਨਮ ਨਹੀਂ ਦਿੱਤਾ ਹੋਇਆ ਪਤਾ ਹੈ, ਇਸ ਕਰਕੇ ਸਿੱਧਾ ਹੋ ਗਿਆ ਕਿੰਨਾ ਹੋ ਗਿਆ ਇੰਟਰਸਟ ਔਨ ਡਰਾਇੰਗ 21,600। ਹੁਣ ਬੀ ਦੀ ਸੈਲਰੀ ਕਿੰਨੀ ਆ 30,000 ਹੈ, ਸੀ ਦੀ ਕਿੰਨੀ ਆ 45,000 ਹੈ, ਕਿੰਨੀ ਹੋ ਗਈ 75,000। ਹੁਣ ਏ ਦੀ ਕਮਿਸ਼ਨਸ ਕੀ ਆਫਟਰ ਕਹਿੰਦੇ ਚਾਰਜਿਸ ਸੱਚ ਸਾਰੀਆਂ ਕਮਿਸ਼ਨ ਕਿੰਨਾ ਸੀ 7,55,000 ਸੀ ਪ੍ਰੋਫਿਟ, ਠੀਕ ਹੈ, ਪਲੱਸ 21,600 ਕੀ ਹੋ ਗਿਆ ਤੇ ਇੰਟਰਸਟ ਔਨ ਡਰਾਇੰਗ ਹੋ ਗਿਆ। ਬਾਕੀ ਕੀ ਹੈ 1 ਲੱਖ ਕੀ ਹੋ ਗਿਆ 1 ਲੱਖ 1 ਹੋ ਗਿਆ ਮਾਈਨਸ ਜਿਹੜਾ ਉਹਨਾਂ ਦਾ ਇੰਟਰਸਟ ਔਨ ਕੈਪੀਟਲ ਹੈ। ਸੈਲਰੀਜ਼ ਕਿੰਨੀ ਹੋ ਗਈ 75,000 ਦੀ, 2 ਲੱਖ ਜਨਰਲ ਰਿਜ਼ਰਵ 'ਚ ਕੀਤਾ। ਬਾਕੀ ਜਿਹੜਾ ਅਮਾਊਂਟ ਬਚਿਆ ਉਹਦਾ ਕੀ ਕਰਤਾ 10% ਕੀਤਾ, ਕਿੰਨਾ ਬਚਿਆ ਸੀ 3,65,091, ਉਹਦਾ 10% ਕੀਤਾ 36,509। ਬਾਕੀ ਜਿਹੜਾ ਬਚਿਆ ਪ੍ਰੋਫਿਟ ਤਾਂ ਇਹਨੂੰ ਕੀ ਕਰਤਾ ਆਪਾਂ ਟ੍ਰਾਂਸਫਰ ਕਰਤਾ ਵਿਦ ਇਕੁਅਲ ਰੇਸ਼ੋ ਦੇ ਵਿੱਚ। ਹੁਣ ਇਹਨਾਂ ਦਾ ਪਾਰਟਨਰਸ ਦਾ ਕੈਪੀਟਲ ਅਕਾਊਂਟ ਦੇਖੋ, ਬਾਈ ਬੈਲੈਂਸ ਲਾਸਟ ਬੈਲੈਂਸ ਕਿੰਨਾ 5 ਲੱਖ ਹੈ, 4 ਲੱਖ ਤੇ 3,50,000। ਹੁਣ ਇੰਟਰਸਟ ਔਨ ਕੈਪੀਟਲ ਕਿੰਨਾ ਸੀ 40,000 ਸੀ, 32,000 ਸੀ, 28,000 ਸੀ। ਪਾਰਟਨਰ ਦੀ ਸੈਲਰੀ ਬੀ ਦੀ ਕਿੰਨੀ ਸੀ 30,000, ਸੀ ਦੀ ਕਿੰਨੀ ਸੀ 45,000। ਇਹਦੀ ਕਮਿਸ਼ਨ ਕਿੰਨੀ ਬਣੀ ਸੀ 36,519। ਪ੍ਰੋਫਿਟ ਐਂਡ ਲਾਸ ਐਪਰੀਸ਼ੀਏਸ਼ਨ ਕਿੰਨਾ ਆਇਆ ਸੀ 1,21,697। ਹੁਣ ਡਰਾਇੰਗ ਕਿੰਨੀਆਂ ਸੀ ਇਹਦੇ 84,000 ਸੀ, ਇਹਦੀ 72,000, 60,000। ਇੰਟਰਸਟ ਔਨ ਡਰਾਇੰਗ ਕਿੰਨਾ ਆ ਗਿਆ 8,400, 7,200 ਤੇ 6,000। ਬਾਕੀ ਕੀ ਹੋ ਗਿਆ ਬੈਲੈਂਸ ਹੈ ਹੋ ਗਿਆ। ਠੀਕ ਹੈ, ਕਰਨਾ ਹੈ ਜੋ ਅਕਾਊਂਟਿੰਗ ਫਾਰ ਪਾਰਟਨਰਸ਼ਿਪ ਫੰਡਾਮੈਂਟਲਸ, ਰੈਮੂਨਰੇਸ਼ਨ, ਸੈਲਰੀ, ਜਿਹਦੇ ਵਿੱਚ ਸੈਲਰੀ ਜਾਂ ਕਮਿਸ਼ਨ ਜਿਹੜੀ ਪਾਰਟਨਰ ਨੂੰ ਦਿੱਤੀ ਜਾਂਦੀ ਹੈ। ਰੈਮੂਨਰੇਸ਼ਨ ਸੈਲਰੀ ਜਾਂ ਕਮਿਸ਼ਨ ਕੀ ਹੈ ਅਲਾਉਡ ਟੂ ਪਾਰਟਨਰਸ, ਉਦੋਂ ਹੀ ਅਲਾਉ ਕੀਤੀ ਜਾਂਦੀ ਹੈ ਲੁਕਿੰਗ ਆਫਟਰ ਦੀ ਬਿਜ਼ਨਸ ਆਫ ਦੀ ਫਰਮ, ਉਦੋਂ ਹੀ ਕੀਤੀ ਜਾਂਦੀ ਹੈ ਇਹ ਲਾਅ ਜਦੋਂ ਪਾਰਟਨਰਸ਼ਿਪ ਡੀਡ ਕੀ ਹੋਵੇ ਇਹਨੂੰ ਅਲਾਅ ਕਰਦੀ ਹੋਵੇ। ਠੀਕ ਹੈ, ਸਟੇਟਿੰਗ ਆਪਾਂ ਕੀ ਕਰਦੇ ਹਾਂ ਡਿਫਰੈਂਟ ਪਾਰਟਨਰਸ਼ਿਪ ਡੀਡ ਡਜ਼ ਨਾਟ ਐਗਜ਼ਿਸਟ, ਔਰ ਜੇ ਐਗਜ਼ਿਸਟ ਹੈ ਤਾਂ ਜਿਹੜੀ ਉਹਦੀ ਜੇ ਉਹ ਅਲਾਉ ਸੈਲਰੀ ਕਰਦੀ ਹੈ ਕਮਿਸ਼ਨ ਅਲਾਉ ਕਰਦੀ ਹੈ। ਠੀਕ ਹੈ, ਜੇ ਉਹ 'ਚ ਪ੍ਰੋਵਾਈਡ ਹੋਊਗਾ ਤਾਂ ਹੀ ਆਪਾਂ ਦੇ ਸਕਦੇ ਹਾਂ, ਜੇ ਨਹੀਂ ਪ੍ਰੋਵਾਈਡ ਹੋ ਗਿਆ ਫਿਰ ਨਹੀਂ ਦੇ ਸਕਦੇ। ਠੀਕ ਹੈ, ਪਰ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਾਰਟਨਰਸ਼ਿਪ ਡੀਡ ਸਾਈਲੈਂਟ ਹੈ ਜੇ ਤਾਂ ਕੋਈ ਕਿਸੇ ਵੀ ਪਾਰਟਨਰ ਨੂੰ ਕੋਈ ਵੀ ਆਪਾਂ ਕੀ ਹੈ ਨਾ ਸੈਲਰੀ ਨਾ ਕਮਿਸ਼ਨ, ਠੀਕ ਹੈ, ਨਾ ਇੰਟਰਸਟ ਔਨ ਕੈਪੀਟਲ, ਇੰਟਰਸਟ ਔਨ ਕੁਛ ਵੀ ਨਹੀਂ ਦੇਵਾਂਗੇ। ਨੇਚਰ ਕੀ ਹੈ ਸੈਲਰੀ ਜਾਂ ਕਮਿਸ਼ਨ ਟੂ ਪਾਰਟਨਰ ਅਲਾਉਡ ਓਨਲੀ ਇਫ ਦਾ ਪਾਰਟਨਰਸ਼ਿਪ ਡੀਡ ਅਲਾਉਡ ਇਟ। ਠੀਕ ਹੈ, ਅਲਾਉ ਕਰਦੀ ਹੈ ਤਾਂ ਹੀ ਦੇਵਾਂਗੇ। ਆਲਸ ਦਾ ਫਰਮ ਅਰਨਸ ਪ੍ਰੋਫਿਟ ਹੋ ਰਿਹਾ ਅਤੇ ਫਰਮ ਨੇ ਕੀ ਹੈ ਪ੍ਰੋਫਿਟ ਅਰਨ ਕੀਤੇ। ਜੇ ਲਾਸ ਹੋਣਗੇ ਫਿਰ ਨਹੀਂ, ਕਿਉਂਕਿ ਇਹ ਐਪਰੋਸ਼ੀਏਸ਼ਨ ਆ ਜਿਹੜਾ ਚਾਰਜ ਹੋਏਗਾ ਉਹੀ ਕੀ ਕਰ ਸਕਦੇ ਹਾਂ ਆਪਾਂ, ਜੇ ਲਾਸ ਹੁੰਦਾ ਦੇ ਸਕਦੇ ਹਾਂ। ਜਿਹੜੀ ਐਪਰੋਸ਼ੀਏਸ਼ਨ ਆ ਐਪਰੋਸ਼ੀਏਸ਼ਨ 'ਚ ਆਪਾਂ ਨਹੀਂ ਦਿੰਦੇ ਜੇ ਲਾਸ ਹੋਏਗਾ। ਠੀਕ ਹੈ, ਸੈਲਰੀ ਪੇਬਲ ਟੂ ਈਚ ਪਾਰਟਨਰ ਨਾਰਮਲੀ ਸਟੇਟਡ ਐਜ਼ ਐਨ ਅਮਾਊਂਟ
बट कमीशन पेबल टू पार्टनर इज स्टेटड एज परसेंटेज ऑफ प्रॉफिट। जिहड़ी सैलरीज हुंदी आ अमाउंट हुंदी आ पर मंथ दित्ती होगी जां एनुअली दित्ती होएगी, बट जिहड़ा कमीशन आ यह की होगी परसेंटेज ऑफ प्रॉफिट का कितना परसेंटेज है वो हिसाब नाल दित्ती होएगी, जिहड़ी कि एज ए परसेंटेज ऑफ नैट प्रॉफिट या डिस्ट्रीब्यूट प्रॉफिट बिफोर चार्जिंग कमीशन, एज ए परसेंटेज नैट प्रॉफिट और डिस्ट्रीब्यूट प्रॉफिट आफ्टर चार्जिंग कमीशन। जिस तरह आप मैनेजर की कमीशन की सी बिफोर और आफ्टर, उस तरह ये है जे नैट प्रॉफिट ਜਾਂ ਕੀ ਆ परसेंटेज नैट प्रॉफिट या डिस्ट्रीब्यूट प्रॉफिट बिफोर चार्जिंग कमीशन ਤਾਂ ਕੀ होगी नैट प्रॉफिट डिस्ट्रीब्यूट प्रॉफिट बिफोर कमीशनस इनटू रेट डिवाइडेड बाय 100। जे आफ्टर होएगी नैट प्रॉफिट डिस्ट्रीब्यूट प्रॉफिट बिफोर कमीशनस इनटू रेट ऑफ कमीशनस डिवाइडेड बाय 100 प्लस रेट ऑफ कमीशन। सपोज करो रेट ऑफ कमीशन 5% है तो की होएगा 100 प्लस 5 105 डिवाइडेड बाय 105। अकाउंटिंग एंट्रीज की होंगे वही सेम पार्टनर्स सैलरी या कमीशन अकाउंट डेबिट टू पार्टनर्स करंट अकाउंट और अगर फिक्स्ड कैपिटल है अगर की है फ्लक्चुएटिंग टू पार्टनर्स कैपिटल अकाउंट ऑन क्लोजर ऑफ रेम्यूनरेशन सैलरी या कमीशन प्रॉफिट एंड लॉस एप्रोसिएशन अकाउंट डेबिट टू पार्टनर सैलरी और कमीशन टू पार्टनर एंड डिस्ट्रीब्यूशन ऑफ प्रॉफिट। X and Y are partners in a firm. X is to get commission of 10% net profit before charging any commission. Y is to get a commission of 10% of net profit after charging all commissions. Net profit year का कितना 55,000। ਹੁਣ पहली की है प्रॉफिट एंड लॉस कितना हो गया 55,000 हो गया। एक्स कमीशन 55,000 इंटू 10/100 कितनी होगी 5,500। ਹੁਣ 22 कमीशन होगी की करेंगे लैस करेंगे 55,000 आफ्टर चार्जिंग गाल कमीशन है ना 55,000 माइनस 5,500 इंटू आफ्टर है 10 डिवाइडेड बाय 110 कितनी हो गया है 4,500। बाकी प्रॉफिट 45,000 हो गया। उन्होंने की कर देंगे इक्वल डिवाइड कर देंगे 22,500 22,500। नैक्सट आ जाओ इंटरस्ट ऑन कैपिटल। इंटरस्ट ऑन कैपिटल की है उदों ही अलाउ होंगी है टू कंपनी पार्टनर कंट्रीब्यूटिंग कैपिटल टू द फर्म इन एक्सैस ऑफ प्रॉपर्टी शेयर रेशियो लाइक इंटरस्ट ऑन ड्राइंग। इट इज़ आल्सो कैलकुलेट एट द एग्री रेट विद रेफरेंस टू time capital has been used in the bill. The interest on capital is allowed on the opening balance of the partners capital। ਤੁਹਾਨੂੰ ਪਤਾ ਨਾ ਜਿਹੜਾ ਇੰਟਰਸਟ ਔਨ ਕੈਪੀਟਲ ਹੈ ਕਿਤੇ ਕਿਤੇ ਆਉਂਦਾ ਓਪਨਿੰਗ ਕੈਪੀਟਲ ਤੇ ਕਿਉਂਕਿ ਜਿਹੜੀ ਸਟਾਰਟਿੰਗ 'ਚ ਹੋਊਗੀ ਉਹਦੇ ਉੱਤੇ ਆਪਾਂ ਕੀ ਕਰਾਂਗੇ ਇੰਟਰਸਟ ਔਨ ਕੈਪੀਟਲ ਲਗਾਵਾਂਗੇ। ਐਡੀਸ਼ਨਲ ਕੈਪੀਟਲ ਜੇ ਆਪਾਂ ਕੋਈ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਕੀਤੀ ਹੈ ਸਾਲ ਦੇ ਦੌਰਾਨ ਤਾਂ ਇੰਟਰਸਟ ਉਹ 'ਤੇ ਕਿੰਨਾ ਟਾਈਮ ਪੀਰੀਅਡ ਰਿਹਾ ਕਦੋਂ ਤੇ ਉਹ ਕੀਤੀ ਹੈ ਐਡੀਸ਼ਨਲ ਕੈਪੀਟਲ ਠੀਕ ਹੈ ਲਾਸਟ ਤੱਕ ਉਹ ਉਹਨੇ ਦੇ ਮੰਥ ਗਿਣ ਲਾਂਗੇ ਕਿੰਨੇ ਰਹਿਣੇ। ਵਿਦਡਰਾਲ ਇਸ ਤਰ੍ਹਾਂ ਜਿਵੇਂ ਇੰਟਰੋਡਿਊਸ ਹੈ ਉਸ ਤਰ੍ਹਾਂ ਜੇ ਵਿਦਡਰਾਲ ਕੈਪੀਟਲ ਪਾਰਟਨਰ ਡੂਰਨ ਈਅਰ ਐਂਡ ਇੰਟਰਸਟ ਇਜ਼ ਅਲਾਉਡ ਔਨ ਕੈਪੀਟਲ ਤਾਂ ਇੰਟਰਸਟ ਇਜ਼ ਨਾਟ ਅਲਾਉਡ ਅਮਾਊਂਟ ਵਿਦਡਰਾਲ ਫਰੋਮ ਦੀ ਡੇਟ ਆਫ ਵਿਦਡਰਾ ਜਿੰਨਾ ਅਮਾਊਂਟ ਕੀ ਹੈ ਵਿਦਡਰਾ ਕੀਤਾ ਉਹ 'ਤੇ इंटरस्ट नहीं लगेगा। आलोक की है पार्टनर है कैपिटल ऑफ किनिया 5 लाख है और इस ऑन 1 अप्रैल 2019 उन्हें इंट्रोड्यूस की एडिशनल कैपिटल ऑफ ₹2 लाख ऑन 1 अक्टूबर 2019 एंड विदड्रॉ 1 लाख ऑन 1 जनवरी 2020। इफ इंटरस्ट ऑन कैपिटल इज अलाउड एट द रेट 10% पर एनम इंटरस्ट ऑन कैपिटल विल बी 57,000 कैलकुलेट एज फॉलो। देखो इंटरस्ट ऑन कैपिटल स्टार्टिंग कितनी है इंटरस्ट ऑन कैपिटल 5 लाख 10% फॉर 6 मंथ क्योंकि कदों की 1 अप्रैल में की अगे एडिशनल कैपिटल ने 1 अप्रैल 6 महीने अपने को कितना रहा 1 लाख रहा 1 अप्रैल टू 30 सितंबर कितना आ गया था 5 लाख इंटू 10/100 इंटू 6/12 कितना आ गया 25,000। हुण अगे किन्ने कैपिटल इंट्रोड्यूस की उन्हें 2 लाख तो उन्हें 1 जनवरी में किन्नी की है विदड्रा किया 1 लाख। हुण अपने को किन्ने महीने रही है 3 महीने रही है अक्तूबर नवंबर दिसंबर 7 लाख अपने को किन्ना 10% 3 मंथ्स का किन्ना रहा है किन्ना बन गया 3 महीनों का पिया इंटरस्ट 17,500 हो गया। जो उन्होंने कदों की है 1 जनवरी में विदड्रा की है जनवरी फरवरी मार्च 3 महीने अपने को किन्ना रहा 6 लाख रखा 7 लाख चो 1 लाख सबसट्रैक्ट किया 6 लाख का 10/100 इंटू 3/12 कितना आ गया
57,000 टोटल इंटरस्ट ऑन कैपिटल कितना हो गया 57,500। ਹੁਣ ਕਿਉਂ ਰੀजन ਅਲੋਂਗ ਇੰਟਰਸਟ ਔਨ ਕੈਪੀਟਲ, ਜਦੋਂ ਕੈਪੀਟਲ ਆਫ ਪਾਰਟਨਰ ਕੀ ਹੈ ਡਿਫਰੈਂਟ ਹੈ ਬਟ ਉਹਨਾਂ ਦੀ ਜਿਹੜੀ ਪ੍ਰੋਫਿਟ ਰੇਸ਼ੋ ਕੀ ਹੈ ਇਕੁਅਲ ਆ। ਇਸ ਕੇਸ ਦੇ ਵਿੱਚ ਪਾਰਟਨਰ ਕੀ ਕਰਦਾ ਇਨਵੈਸਟ ਕਰਦਾ ਮੋਰ ਕੈਪੀਟਲ ਕੰਪੇਅਰ ਟੂ ਅਦਰ ਪਾਰਟਨਰ ਅਤੇ ਪ੍ਰੋਫਿਟ ਉਹਨਾਂ ਦਾ ਇਕੁਅਲ ਆ ਤਾਂ ਉਹਨੂੰ ਇੰਟਰਸਟ ਔਨ ਕੈਪੀਟਲ ਕੀ ਕਰਨਾ ਪਊਗਾ ਆਪਾਂ ਨੂੰ ਦੇਣਾ ਪਏਗਾ ਤਾਂ ਕਿ ਉਹਨੇ ਜਿਹੜੀ ਜ਼ਿਆਦਾ ਕੈਪੀਟਲ ਇਨਵੈਸਟ ਕੀਤੀ ਆ ਉਹ ਕੀ ਹੋ ਜੇ ਉਹਦੇ ਨਾਲ ਕੰਪਨਸੇਟ ਹੋ ਜਾਏ। ਇਨ ਕੇਸ ਇੰਟਰਸਟ ਔਨ ਕੈਪੀਟਲ ਉਹਨੂੰ ਨਹੀਂ ਪੇ ਕੀਤਾ ਜਾਂਦਾ ਹੈ ਤਾਂ ਸ਼ੇਅਰ ਇਨ ਪ੍ਰੋਫਿਟ ਇਨਵੈਸਟਿੰਗ ਮੋਰ ਕੈਪੀਟਲ ਕੀ ਹੋ ਜੂਗੀ ਉਹਦੀ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ। ਜਿੰਨੀ ਉਹਦੇ ਜ਼ਿਆਦਾ ਕੈਪੀਟਲ ਵਾਲੇ ਨੇ ਕੀਤਾ ਉਹਨੂੰ ਵੀ ਸੇਮ ਬੈਨੀਫਿਟ ਮਿਲੂਗਾ, ਜਿਹਨੇ ਘੱਟ ਕੈਪੀਟਲ ਇਨਵੈਸਟ ਕੀਤੀ ਹੈ ਉਹਨੂੰ ਵੀ ਸੇਮ।